ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ ਦੀ ਪਹਿਲੀ ਕੜੀ। ਆਲ ਇੰਡੀਆ ਰੇਡੀਓ ਵੱਲੋਂ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਪੇਸ਼ ਹੈ ਬਣਾਉਟੀ ਬੌਧਿਕਤਾ ਦੇ ਵਿਗਿਆਨ ਅਤੇ ਇਸ ਦੇ ਵੱਖ-ਵੱਖ ਪਹਿਲੂਆਂ ਉੱਪਰ ਕੇਂਦਰਿਤ ਸਾਡਾ ਨਵਾਂ ਲੜੀਵਾਰ ਆਉਣ ਵਾਲਾ ਕੱਲ। ਸੁਣਾਉਣ ਲੱਗੇ ਨੇ ਸਾਡੇ ਇਹ ਕਲਾਕਾਰ ਤੁਹਾਨੂੰ ਅੱਜ ਬਣਾਉਟੀ ਬੌਧਿਕਤਾ ਬਾਬਤ ਸਾਡੇ ਇਸ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ ਪਹਿਲੀ ਕੜੀ ਭਵਿੱਖ ਦੇ ਨਕਸ਼ੇ ਕਦਮ। ਜਾਣ ਜਾਵੋਗੇ ਤੁਸੀਂ ਆਪੇ ਹੀ ਕਿ ਕਿਹੋ ਜਿਹਾ ਹੋਵੇਗਾ ਸਾਡਾ ਜੀਵਨ ਇਸ ਬਣਾਉਟੀ ਬੌਧਿਕਤਾ ਦੇ ਬੋਲਬਾਲੇ ਦੇ ਦੌਰਾਨ। ਲਓ ਜੀ, ਇਉਂ ਕਰਦੇ ਨੇ ਪੇਸ਼ ਸਾਡੇ ਕਲਾ ਦੇ ਪਰਵਾਨੇ ਇਸ ਨਵੇਂ ਲੜੀਵਾਰ ਦੀ ਸ਼ੁਰੂਆਤ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਸ਼ਕਤੀ। ਬਣਾ ਦਿਆਂਗੀ ਹਕੀਕਤ ਤੁਹਾਡੇ ਸੁਪਨਿਆਂ ਨੂੰ। ਤੂੰ ਹਕੀਕਤ ਬਣਾਏਂਗੀ ਸੁਪਨਿਆਂ ਨੂੰ? ਹਾਂ, ਸਦੀਆਂ ਦੀਆਂ ਇੱਛਾਵਾਂ, ਸਦੀਆਂ ਦੀ ਸੋਚ, ਸਦੀਆਂ ਦੀਆਂ ਮਨ ਦੀਆਂ ਉਡਾਰੀਆਂ ਬਣ ਜਾਣਗੀਆਂ ਹਕੀਕਤ। ਤੂੰ ਤਾਂ ਜੇ ਸੋਚ ਹੀ ਰਹੀ ਹੈ ਸੁਪਨਿਆਂ ਤੇ ਹਕੀਕਤ ਬਾਬਤ, ਪਰ ਜੇ ਤੂੰ ਐ ਸ਼ੇਰ ਤੇ ਮੈਂ ਆ ਸਵਾ ਸ਼ੇਰ। ਹੈ ਸ਼ੇਰ ਸਵਾ ਸ਼ੇਰ, ਉਹ ਕੀ? ਹਾਂ, ਸਵਾ ਸ਼ੇਰ। ਤੈਨੂੰ ਤਾਂ ਪਤਾ ਹੀ ਨਹੀਂ, ਤੂੰ ਤਾਂ ਰਹਿ ਗਈ ਗਫਲਤ 'ਚ। ਮੈਂ ਤਾਂ ਪਹਿਲਾਂ ਹੀ ਬਣਾ ਰਿਹਾ ਹਕੀਕਤ ਉਹਨਾਂ ਸੁਪਨਿਆਂ ਨੂੰ। ਹੈ ਸੁਪਨਿਆਂ ਨੂੰ ਹਕੀਕਤ ਬਣਾ ਰਿਹਾ? ਪਹਿਲਾਂ ਹੀ ਸ਼ੁਰੂ ਹੋ ਚੁੱਕੀ ਕਹਾਣੀ। ਲਓ ਵੇਖੋ, ਸਾਡੀ ਪ੍ਰਵਾਣੀ ਨੂੰ ਇਹ ਵੀ ਨਹੀਂ ਪਤਾ ਕਿ ਮਨੁੱਖ ਦੇ ਕਿੰਨੇ ਹੀ ਸੁਪਨੇ ਤਾਂ ਹਕੀਕਤ ਬਣ ਵੀ ਗਏ ਨੇ। ਲਓ ਸੁਣੋ, ਜਾਣ ਲਓ ਤੁਸੀਂ ਵੀ ਇਸ ਹਕੀਕਤ ਨੂੰ, ਨਵੀਂ ਸਿਰਜਣਾ ਨੂੰ। ਚੱਲ ਦੱਸ ਭਲਾ, ਕਿਹੜੀ ਹੈ ਤੇਰੀ ਉਹ ਨਵੀਂ ਸਿਰਜਣਾ? ਕਿਵੇਂ ਹੋਈ ਇਸ ਦੀ ਸ਼ੁਰੂਆਤ? ਲੈ ਸੁਣ ਲੈ ਸ਼ੁਰੂਆਤ ਦੀ ਕਹਾਣੀ। ਲਾ ਹੀ ਦੇਣਾ ਅੱਜ ਮੈਂ ਤੇਰਾ ਇਹ ਉਲਾਂਭਾ ਵੀ। ਚੱਲ ਸੁਣਾ ਵੀ ਦੇ ਹੁਣੇ ਨਵੀਂ ਕਹਾਣੀ। ਲੈ ਸੁਣ। ਪੈਦਲ ਜਾਂਦਾ ਸੋਚੇ ਮੇਰੇ ਕੋਲ ਕਾਰ ਹੋਵੇ, ਕਾਰ ਵਾਲਾ ਸੋਚੇ ਮੇਰੀ ਹਵਾ 'ਚ ਉਡਾਰ ਹੋਵੇ, ਹਵਾ ਵਾਲਾ ਕਹੇ ਮੈਨੂੰ ਅੰਬਰਾਂ ਦੀ ਸਾਰ ਹੋਵੇ। ਸੋਚਿਆ ਕਿ ਨਹੀਂ? ਸੋਚਿਆ ਮਨੁੱਖ ਨੇ, ਸੋਚਦਾ ਹੈ, ਲੋਚਦਾ ਵੀ ਹੈ। ਬਸ ਇਸੇ ਸੋਚ ਨੇ, ਇਸੇ ਲੋਚ ਨੇ, ਇਸੇ ਚੋਂ ਪਨਪੀ ਖੋਜੀ ਬਿਰਤੀ ਨੇ ਕਰ ਦਿੱਤਾ ਕਮਾਲ। ਕਿਵੇਂ ਕਰ ਦਿੱਤਾ ਕਮਾਲ? ਕਿਵੇਂ ਬਣ ਗਿਆ ਹਕੀਕਤ ਉਸ ਦਾ ਇੱਕ ਖਿਆਲ? ਕਿਵੇਂ ਜਾਣ ਲਿਆ ਉਸਨੇ ਚੰਨਾ ਤਾਰਿਆਂ ਦਾ ਹਾਲ? ਲਓ ਸੁਣੋ ਕਹਾਣੀ ਇਸ ਕਦਮ ਦਰ ਕਦਮ ਵਿਕਾਸ ਦੀ, ਨਵੇਂ ਪੜਾਵਾਂ ਦੀ। ਪ੍ਰਭਾ, ਐਵੇਂ ਪਾਈ ਨਾ ਜਾ ਬੁਝਾਰਤਾਂ, ਸੁਣਾ ਦੇ ਕਹਾਣੀ ਹੁਣ ਕ੍ਰਮਕ ਵਿਕਾਸ ਦੀ। ਵੇਖ ਪ੍ਰਵਾਣੀ, ਸਾਨੂੰ ਸਭ ਨੂੰ ਪਤਾ ਹੈ, ਜਨ ਨੂੰ ਪਤਾ ਹੈ ਵਿਗਿਆਨ ਦੇ ਇਸ ਤੱਥ ਦਾ। ਤਾਂ ਕਿਹੜੇ ਤੱਥ ਦਾ? ਕਿ ਇਹ ਬ੍ਰਹਿਮੰਡ ਬਣਿਆ ਹੈ ਊਰਜਾ ਚੋਂ, ਅਰਬਦ ਨਰਬਦ ਧੁੰਦੂਕਾਰਾਂ ਵਿੱਚੋਂ। ਸਾਰੇ ਪਾਸੇ ਸੀ ਸੁੰਨਮਸਾਨ, ਨਾ ਸੀ ਧਰਤੀ ਤਦ ਤੇ ਨਾ ਹੀ ਆਸਮਾਨ। ਚੰਦ ਨਾ ਸੂਰਜ ਇੱਥੇ, ਨਾ ਕੋਈ ਸ਼ੈਤਾਨ, ਨਹੀਂ ਸੀ ਜੀ ਜੰਤ ਕੋਈ, ਨਾ ਕੋਈ ਹਵਾ ਤੇ ਨਾ ਕੋਈ ਇਨਸਾਨ। ਜੇ ਹੈ ਸੀ ਤਾਂ ਕੇਵਲ ਸੀ ਸੁੰਨਮਸਾਨ। ਪਰ ਬਣਾਉਟੀ ਬੌਧਿਕਤਾ ਨਾਲ ਇਸ ਦਾ ਕੀ ਤਾਲੁਕ? ਪ੍ਰਵਾਣੀ ਜਰਾ ਠੰਡ ਰੱਖ, ਸੁਣ ਲਏਂਗੀ ਜੇ ਤੂੰ ਕਹਾਣੀ, ਸੁਲਝ ਜਾਏਗੀ ਇਹ ਉਲਝੀ ਤਾਣੀ, ਬਣ ਜਾਏਗੀ ਤੂੰ ਵੀ ਹੋਰ ਸਿਆਣੀ। ਅੱਛਾ, ਤਾਂ ਹਕੀਕਤ ਇਹ ਹੈ ਕਿ ਊਰਜਾ ਤੋਂ ਕਦਮ ਦਰ ਕਦਮ ਹੁੰਦਾ ਗਿਆ ਵਿਕਾਸ, ਵਿਕਸਿਤ ਹੋ ਗਿਆ ਮਾਦਾ ਸਜੀਵ, ਵਿੱਚੋਂ ਹੀ ਪਦਾਰਥ ਨਿਰਜੀਵ ਦੇ। ਵਾਹ ਭਗਵਾਨ, ਹੁਣ ਤਾਂ ਤੈਨੂੰ ਵੀ ਸਮਝ ਆ ਗਈ। ਲਾ ਲਿਆ ਲੱਖਣ ਤੂੰ ਵੀ ਕਿ ਹੋਇਆ ਹੋ ਕੀ ਇਸ ਬ੍ਰਹਮੰਡ ਦੇ ਵਿਕਾਸ ਦੌਰਾਨ। ਪਰ ਬਣਾਉਟੀ ਬੌਧਿਕਤਾ? ਪ੍ਰਵਾਣੀ ਐਵੇਂ ਕਾਹਲੀ ਨਾ ਪੈ, ਇਸ ਤਰ੍ਹਾਂ ਤਾਂ ਨਾ ਤੈਨੂੰ ਸਮਝ ਪੈਣੀ ਹੈ ਤੇ ਨਾ ਸਾਡੇ ਸਰੋਤਿਆਂ ਨੂੰ। ਜ਼ਰਾ ਸੋਚ ਤੇ ਸਹੀ ਕਿ ਜੇ ਪਹਿਲਾਂ ਅਸਲੀ ਬੌਧਿਕਤਾ ਵਿਕਸਿਤ ਹੋਏਗੀ ਤਦ ਹੀ ਤਾਂ ਬਣਾਉਟੀ ਦਾ ਰਸਤਾ ਬਣੇਗਾ। ਹਾਂ ਸਹੀ ਕਿਹਾ, ਪਰ ਅਸਲੀ ਬੌਧਿਕਤਾ ਦਾ ਵਿਕਾਸ ਹੋਇਆ ਕਿਵੇਂ? ਤੁਸੀਂ ਤਾਂ ਉਹ ਅਜੇ ਸਮਝਾਇਆ ਹੀ ਨਹੀਂ। ਪਹਿਲਾਂ ਬਣਿਆ ਜੈਵਿਕ ਮਾਦਾ, ਫੇਰ ਬਣੇ ਵਾਇਰਸ ਬੈਕਟੀਰੀਆ, ਵਿਕਸਿਤ ਹੋਈ ਕੋਸ਼ਿਕਾ, ਬਣ ਗਏ ਇੱਕ ਕੋਸ਼ਕੀ ਜੀਵ। ਅਮਰ ਨੇ ਇਹ ਤਾਂ ਅਜੇ ਵੀ, ਇਹਨਾਂ ਤੋਂ ਵਿਕਸਿਤ ਹੋਏ ਬਹੁ ਕੋਸ਼ਕੀ ਜੀਵ। ਪਰ ਪ੍ਰਭਾ, ਕੀ ਸਾਨੂੰ ਬਾਂਦਰ ਤੋਂ ਬੰਦੇ ਦੀ ਕਹਾਣੀ ਤਾਂ ਨਹੀਂ ਸੁਣਾ ਰਿਹਾ ਤੂੰ? ਵਾਹ ਪ੍ਰਵਾਣੀ, ਬੁੱਝ ਲਈ ਨਾ ਤੂੰ ਮੇਰੇ ਮਨ ਦੀ ਬਾਤ।
ਬਸ ਮੈਂ ਇਹੀ ਕਹਿ ਰਿਹਾ ਕਿ ਬਹੁਕੋਸ਼ਕੀ ਜੀਵਾਂ ਚੋਂ ਵਿਕਸਿਤ ਹੋਏ ਰੀੜਧਾਰੀ ਤੇ ਰੀੜਧਾਰੀਆਂ ਚੋਂ ਥਣਧਾਰੀ। ਅੱਛਾ, ਥਣਧਾਰੀਆਂ ਚੋਂ ਵਿਕਸਿਤ ਹੋ ਗਿਆ ਮਨੁੱਖ ਅਸਲੀ ਬੁੱਧੀ ਵਾਲਾ ਹੈ ਨਾ। ਹਾਂ ਭਾਗਵਾਨ, ਹਾਂ, ਪਰ ਇਸ ਮਨੁੱਖ ਦੀ ਬੁੱਧੀ ਵੀ ਹੁੰਦੀ ਗਈ ਵਿਕਸਿਤ। ਇੱਕ ਕਲਾ ਸੰਪੂਰਨ, 2 ਕਲਾ ਸੰਪੂਰਨ, 16 ਕਲਾ ਸੰਪੂਰਨ, ਕਈ ਕਲਾ ਸੰਪੂਰਨ। ਉਸੇ ਵਿਕਸਿਤ ਬੁੱਧੀ ਨਾਲ ਇਸ ਨੇ ਬਣਾ ਲਿਆ ਪਹੀਆ, ਤੇ ਪਹੀਏ ਤੋਂ ਬਣਾ ਲਈਆਂ ਮਸ਼ੀਨਾਂ ਕਈ ਪ੍ਰਕਾਰ ਦੀਆਂ। ਬਿਲਕੁਲ ਸਹੀ ਕਿਹਾ ਪ੍ਰਵਾਣੀ। ਇਹਨਾਂ ਮਸ਼ੀਨਾਂ 'ਚ ਲੱਗ ਗਏ ਕਈ ਪੁਰਜ਼ੇ। ਮਨੁੱਖੀ ਅੰਗਾਂ ਦੀ ਥਾਂ ਕੰਮ ਹੋਣ ਲੱਗ ਪਿਆ ਆਪੇ ਹੀ। ਹਾਂ, ਛਾਪੇਖਾਨਿਆਂ 'ਚ ਤਾਂ ਹੁਣ ਆਪੇ ਹੀ ਕਾਗਜ਼ ਛਪ ਕੇ ਤੈਅ ਹੋ ਕੇ ਕਿਤਾਬ ਬਣ ਕੇ ਬਾਹਰ ਆਉਣ ਲੱਗ ਗਈ ਹੈ। ਹਾਂ, ਸੈਂਸਰਜ਼ ਲੱਗ ਗਏ। ਟੈਂਕੀ ਭਰਨ ਬਾਅਦ ਆਪੇ ਹੀ ਸਵਿਚ ਬੰਦ, ਹਨੇਰਾ ਹੋਣ ਤੇ ਲਾਈਟਾਂ ਜਗ ਪੈਣ ਆਪੇ ਹੀ। ਤਕੜੇ ਸੂਈਏ ਕਰ ਰਹੇ ਨੇ ਖੋਜ ਜੰਗਲਾਂ ਦੀ, ਪਹਾੜਾਂ ਦੀ, ਡੂੰਘੇ ਸਮੁੰਦਰਾਂ ਦੀ, ਪਤਾਲਾਂ ਦੀ। ਮਾਰ ਰਹੇ ਨੇ ਝਾਤ ਪੁਲਾੜ ਵਿੱਚ ਵੀ। ਅੱਛਾ, ਹੁਣ ਸਮਝ ਆਈ। ਅਸਲੀ ਬੁੱਧੀ ਨੇ ਬਨਾਵਟੀ ਬੁੱਧੀ ਤੋਂ ਪਹਿਲਾਂ ਬਣਾਏ ਮਸ਼ੀਨੀ ਚਾਲਕ। ਬਣ ਗਏ ਉਹ ਬਨਾਵਟੀ ਬੌਧਿਕਤਾ ਦੇ ਵਿਕਾਸ ਦਾ ਮੁੱਢਲਾ ਪੜਾਅ। ਹਾਂ ਪਰਵਾਣੀ, ਤੂੰ ਬਣ ਗਈ ਹੁਣ ਬਹੁਤ ਸਿਆਣੀ। ਪਰ ਅਜੇ ਵੀ ਨਾ ਸਮਝ ਆਉਂਦੀ ਏ ਅਜਬ ਕਹਾਣੀ। ਕਿਹੜੀ ਅਜਬ ਕਹਾਣੀ? ਸੁਲਝ ਨਹੀਂ ਰਹੀ ਜਿਸ ਦੀ ਅਜੇ ਵੀ ਇਹ ਤਾਣੀ। ਬਚਪਨ ਤੋਂ ਸੁਣਦੇ ਸੀ, सच्चाई छुप नहीं सकती बनावट के असूलों से। ਵਾਹ, ਪਰ ਪ੍ਰਭਾ ਹੁਣ ਤਾਂ ਇਸ ਬਨਾਵਟੀ ਬੌਧਿਕਤਾ ਦੀ ਬਦੌਲਤ ਖੁਸ਼ਬੂ ਆਉਣ ਲੱਗ ਗਈ ਹੈ ਕਾਗਜ਼ ਕੇ ਫੂਲੋਂ ਸੇ ਵੀ। ਅਸਲ ਦੀ ਥਾਂ ਨਕਲ ਜਾਂ ਅਸਲ ਦੀ ਥਾਂ ਬਨਾਵਟੀ ਨੂੰ ਕਦੇ ਚੰਗਾ ਨਹੀਂ ਸਮਝਿਆ ਗਿਆ। ਤਾਂ ਇਸ ਬਨਾਵਟੀ ਬੌਧਿਕਤਾ ਦੀ ਮਹਿਮਾ ਕਿਉਂ ਗਾਈਏ? ਪਰ ਪ੍ਰਭਾ ਹੁਣ ਜ਼ਮਾਨਾ ਬਦਲ ਗਿਆ। ਨਵੇਂ ਯੁੱਗ ਦੀਆਂ ਨਵੀਆਂ ਬਾਤਾਂ। ਹੁਣ ਤਾਂ ਬਨਾਵਟੀ ਬੁੱਧੀ ਬਣ ਗਿਆ ਅਸਲ ਦਾ ਪੂਰਕ। ਬਸ ਇਸ ਦਾ ਨਾਮ ਜੇ ਮਸ਼ੀਨੀ ਬੁੱਧੀ ਕਰ ਦਿੱਤਾ ਜਾਂਦਾ ਹੈ ਤਾਂ ਇਹ ਝੰਜਲਾਹਟ ਵੀ ਹੋ ਸਕਦੀ ਸੀ ਦੂਰ। ਬਨਾਵਟੀ ਬੌਧਿਕਤਾ ਤਾਂ ਦਰਅਸਲ ਮਸ਼ੀਨੀ ਬੌਧਿਕਤਾ ਹੈ। ਪ੍ਰੋਫੈਸਰ ਸਾਹਿਬ ਜੀ, ਅਸੀਂ ਗੱਲ ਕਰ ਰਹੇ ਸੀ ਬਨਾਵਟੀ ਬੌਧਿਕਤਾ ਦੇ ਮੁੱਢਲੇ ਪੜਾਵਾਂ ਦੀ। ਐਮ ਆਈ ਰਾਈਟ? ਯੈਸ ਯੈਸ। ਹਾਂ, ਹੁਣ ਕੀ ਤੁਸੀਂ ਇਹ ਦੱਸਣ ਦੀ ਖੇਚਲ ਕਰੋਗੇ ਕਿ ਸਵੈ ਚਾਲਿਤ ਮਸ਼ੀਨਾਂ ਤੇ ਬਨਾਵਟੀ ਬੁੱਧੀ ਦਾ ਖੇਡ ਆਖਿਰ ਹੈ ਕੀ? ਹਾਂ ਜੀ, ਕਿਉਂ ਨਹੀਂ। ਦੇਖੋ ਜੀ, ਪਹਿਲਾਂ ਪਹਿਲ ਕਣਕ ਦੀ ਕਟਾਈ ਕਰਕੇ ਟੋਕਾ, ਫਿਰ ਡਰਮੀ ਦੇ ਵਿੱਚੇ ਪੱਖਾ, ਤੇ ਹੁਣ ਕੰਬਾਈਨ ਨਾਲ ਕਟਾਈ ਕਢਾਈ ਨਾਲੋਂ ਨਾਲ। ਪ੍ਰੋਫੈਸਰ ਸਾਹਿਬ, ਇਹ ਤਾਂ ਇੱਕੋ ਸਮੇਂ ਕਈ ਕੰਮ ਕਰਨ ਦੇ ਤੋਲੀ ਹੈ। ਆ ਜਿਵੇਂ ਚਰਖਾ ਕੱਤ ਦੇ ਗੀਤ ਵੀ ਗਾਈ ਜਾਣਾ ਤੇ ਹਲ ਵਾਹੁੰਦੇ ਹੇਕਾਂ ਲਾ ਕੇ ਮਿਰਜ਼ਾ ਗਾਉਣਾ। ਜੀ ਬਿਲਕੁਲ ਸਹੀ ਬੁੱਝਿਆ। ਇਸ ਨੂੰ ਕਹਿੰਦੇ ਨੇ ਮਲਟੀਟਾਸਕਿੰਗ। ਹਾਂ, ਮਲਟੀਟਾਸਕਿੰਗ ਯਾਨੀ ਮਨੋਰੰਜਨ ਦੇ ਨਾਲ ਗਿਆਨ, ਜੋ ਆਪਾਂ ਕਰ ਹੀ ਰਹੇ ਹਾਂ। ਬਿਲਕੁਲ ਠੀਕ ਹੈ। ਦੇਖੋ ਜੀ, ਸਵੈ ਚਾਲਿਤ ਮਸ਼ੀਨਾਂ ਦੇ ਮਲਟੀਟਾਸਕਿੰਗ ਨੇ ਬੰਨ੍ਹ ਦਿੱਤਾ ਮੁੱਢ ਬਨਾਵਟੀ ਬੌਧਿਕਤਾ ਵੱਲ ਵਧਦੇ ਅਗਲੇ ਕਦਮਾਂ ਦਾ। ਅੱਛਾ ਪ੍ਰੋਫੈਸਰ ਸਾਹਿਬ, ਬਨਾਵਟੀ ਬੁੱਧੀ ਦੇ ਸਭ ਤੋਂ ਪਹਿਲੇ ਯੰਤਰ ਕਿਹੜੇ ਸੀ ਤੇ ਕਦੋਂ ਸ਼ੁਰੂਆਤ ਹੋਈ ਇਸ ਮਸ਼ੀਨੀ ਬੁੱਧੀ ਦੀ? ਜੀ ਮੈਂ ਸਮਝਾਨਾ। ਦੇਖੋ, ਦਰਅਸਲ ਮਸ਼ੀਨੀ ਬੁੱਧੀ ਦਾ ਪੈਂਡਾ ਕਰੀਬ 8 ਦਹਾਕਿਆਂ ਦਾ ਪੈਂਡਾ ਹੈ। ਦੂਜੀ ਸੰਸਾਰ ਜੰਗ ਵੇਲੇ ਜਰਮਨ ਫੌਜੀਆਂ ਵੱਲੋਂ ਗੁਪਤ ਸੰਦੇਸ਼ ਭੇਜਣ ਵਾਸਤੇ ਇੱਕ ਅਨਿਗਮਾ ਨਾਮੀ ਕੋਡ ਵਰਤਿਆ ਜਾਂਦਾ ਸੀ। ਇਸ ਕੋਡ ਦੇ ਸੰਦੇਸ਼ਾਂ ਨੂੰ ਸਮਝਣ ਵਾਸਤੇ ਅੰਗਰੇਜ਼ ਕੰਪਿਊਟਰ ਵਿਗਿਆਨੀ ਐਲਨ ਟਿਊਰਿੰਗ ਨੇ ਇੱਕ ਮਸ਼ੀਨ ਬਣਾਈ। ਇਸ ਮਸ਼ੀਨ ਨੂੰ ਬਣਾਉਣਾ ਹੀ ਬਨਾਵਟੀ ਬੌਧਿਕਤਾ ਵੱਲ ਪਹਿਲਾ ਕਦਮ ਸੀ। ਪ੍ਰੋਫੈਸਰ ਸਾਹਿਬ, ਇਸ ਉਪਰੰਤ ਭਲਾ ਮਸ਼ੀਨੀ ਸਿੱਖਣ ਪ੍ਰਕਿਰਿਆ 'ਚ ਕਿਸ ਦਿਸ਼ਾ 'ਚ ਪ੍ਰਗਤੀ ਹੋਈ? ਦੇਖੋ ਜੀ, ਟਿਊਰਿੰਗ ਦਾ ਵਿਚਾਰ ਸੀ ਕਿ ਜਦ ਕਿਸੇ ਮਨੁੱਖ ਨਾਲ ਮਸ਼ੀਨ ਗੱਲ ਕਰ ਰਹੀ ਹੋਵੇ ਪਰ ਉਸ ਮਨੁੱਖ ਨੂੰ ਇਹ ਪਤਾ ਨਾ ਲੱਗੇ ਕਿ ਉਹ ਮਨੁੱਖ ਨਾਲ ਨਹੀਂ ਸਗੋਂ ਮਸ਼ੀਨ ਨਾਲ ਗੱਲ ਕਰ ਰਿਹਾ ਹੈ, ਤਾਂ ਸਮਝਿਆ ਜਾਏਗਾ ਕਿ ਮਸ਼ੀਨ ਨਕਲ ਕਰਨ ਦੀ ਖੇਡ ਜਿੱਤ ਗਈ। ਓ, ਸ਼ਤਰੰਜ ਵਾਸਤੇ ਤਾਂ ਮਸ਼ੀਨ 1951 'ਚ ਹੀ ਬਣ ਗਈ ਸੀ ਜੀ। ਬਨਾਵਟੀ ਬੌਧਿਕਤਾ ਸ਼ਬਦ 1956 'ਚ ਪਹਿਲੀ ਵਾਰ ਵਰਤਿਆ ਗਿਆ ਜੀ। ਬਨਾਵਟੀ ਬੌਧਿਕਤਾ ਵੱਲ ਅਗਲਾ ਕਦਮ 1960ਵਿਆਂ ਦੌਰਾਨ ਹੀ ਪੁੱਟਿਆ ਗਿਆ। ਖੋਜੀਆਂ ਵੱਲੋਂ ਗਣਿਤਿਕ ਤੇ ਰੇਖਾ ਗਣਿਤਿਕ ਸਵਾਲਾਂ ਨੂੰ ਹੱਲ ਕਰਨ ਵਾਸਤੇ ਐਲਗੋਰਿਥਮ ਵਿਕਸਿਤ ਕਰਨ ਦੇ ਯਤਨ ਕੀਤੇ ਤੇ 1960ਵੇਂ ਦੇ ਆਖਰ ਤੱਕ ਤਾਂ
ਵਿਗਿਆਨੀਆਂ ਨੇ ਮਸ਼ੀਨ ਦ੍ਰਿਸ਼ਟੀ ਸਿਖਲਾਈ ਤੇ ਰੋਬੋਟਾਂ 'ਚ ਮਸ਼ੀਨੀ ਸਿਖਲਾਈ ਵਿਕਸਿਤ ਕਰ ਲਈ ਸੀ। ਜੀ। ਇੱਥੋਂ ਤੱਕ ਕਿ ਜਾਪਾਨ ਨੇ ਤਾਂ 1972 'ਚ ਹੀ ਬੁੱਧੀਮਾਨ ਮਨੁੱਖ ਵਰਗਾ ਪਹਿਲਾ ਰੋਬੋਟ ਵੈਬਟ 1 ਬਣਾ ਲਿਆ ਸੀ। Oh, I see. ਵੈਸੇ ਪ੍ਰਭਾ, what do you mean by बुद्धिमान? बुद्धिमान लाइक मैं दो तीन चार पाँच छः सात आठ नौ 10 11 12 13 करो किंके इंतजार आजा। ਅੱਜ ਅਸੀਂ ਬਨੌਟੀ ਬੌਧਿਕਤਾ ਬਾਰੇ ਨਿੱਠ ਕੇ ਚਰਚਾ ਕਰਾਂਗੇ। ਬਨੌਟੀ ਬੌਧਿਕਤਾ ਦੇ ਕੀ ਨੇ ਸੰਬੰਧ ਮਨੁੱਖੀ ਜੈਵ ਵਿਗਿਆਨ ਤੇ ਨਾੜੀ ਤੰਤੂ ਸੂਚਨਾ ਪ੍ਰਣਾਲੀ ਦੀ ਕਾਰਜ ਵਿਧੀ ਦੇ ਨਾਲ। ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨੇ DRDO ਯਾਨੀ ਰੱਖਿਆ ਖੋਜ ਤੇ ਵਿਕਾਸ ਸੰਸਥਾ ਦੇ ਮਸ਼ੀਨ ਲਰਨਿੰਗ ਦੇ ਵਿਗਿਆਨੀ ਤੇ ਇਹ ਕਰਨਗੇ ਚਰਚਾ ਦੀ ਸ਼ੁਰੂਆਤ। ਮੈਂ ਉਹਨਾਂ ਨੂੰ ਸੱਦਾ ਦਿੰਦੀ ਹਾਂ ਕਿ ਉਹ ਸਾਡੇ ਵਿਦਿਆਰਥੀਆਂ ਤੇ ਅਧਿਆਪਨ ਅਮਲੇ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਮੇਰਾ ਮਤਲਬ ਬਨੌਟੀ ਬੌਧਿਕਤਾ ਦੇ ਮਨੁੱਖ ਜੈਵ ਵਿਗਿਆਨ ਦਰਮਿਆਨ ਮੂਲ ਸੰਬੰਧਾਂ ਨੂੰ ਸਮਝਾਉਣ ਦੀ ਖੇਚਲ ਕਰਨ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮੱਚ। ਅੱਜ ਆਪਾਂ ਗੱਲ ਕਰਾਂਗੇ ਜੈਵ ਵਿਗਿਆਨ ਦੇ ਖੇਤਰ ਦੀਆਂ ਖੋਜਾਂ ਦੇ ਇਲਾਜ ਵਿਗਿਆਨ, ਖੇਤੀ ਅਤੇ ਸਨਅਤੀ ਉਤਪਾਦਨ ਦੀ ਪ੍ਰਕਿਰਿਆ ਤੇ ਪੈ ਪ੍ਰਭਾਵ ਦੀ। ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਸਭ ਕੁਝ ਹੋਣਾ ਅਸੰਭਵ ਸੀ ਜੇਕਰ ਜੈਵ ਵਿਗਿਆਨ ਨੇ ਸਾਈਬਰਨੈਟਿਕਸ ਦੀਆਂ ਸੰਕਲਪਾਂ ਤੇ ਵਿਧੀਆਂ ਨੂੰ ਅਪਣਾਉਣ ਤੋਂ ਹਿਚਕਚਾਹਟ ਕੀਤੀ ਹੁੰਦੀ। ਇਸ ਵਿੱਚ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਦਾ ਬਹੁਤ ਯੋਗਦਾਨ ਹੈ। ਜੀ, ਪਰ ਸਾਈਬਰਨੈਟਿਕਸ ਦਾ ਤੇ ਮਨੁੱਖੀ ਦਿਮਾਗ ਦੀ ਕਾਰਜ ਵਿਧੀ ਦੀਆਂ ਤਕਨੀਕਾਂ ਦਾ ਬਨੌਟੀ ਬੁੱਧੀ ਦੇ ਵਿਕਾਸ ਨਾਲ ਕੀ ਸੰਬੰਧ ਹੈ? ਦੇਖੋ ਮੈਮ, ਬਨੌਟੀ ਬੁੱਧੀ ਵਿਕਸਿਤ ਕਰਨ ਵਿੱਚ ਦਿਮਾਗ ਦੀਆਂ ਕੋਗਨੀਸ਼ਨ ਤਕਨੀਕਾਂ ਜਾਣੀ ਕਿ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ, ਵਿਚਾਰ ਅਨੁਭਵ, ਗਿਆਨ ਇੰਦਰੀਆਂ ਦੁਆਰਾ ਪ੍ਰਾਪਤ ਸੂਚਨਾ ਦੇ ਆਧਾਰ ਤੇ ਬਣੇ ਸੰਕਲਪ ਅਤੇ ਕਾਰਜ ਵਿਧੀ ਦੀ ਬਹੁਤ ਵੱਡੀ ਭੂਮਿਕਾ ਹੈ। ਅਣੂਵਿਕ ਜੈਵ ਵਿਗਿਆਨ ਦੀ ਇਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਹੈ। ਬੇਸ਼ੱਕ ਨਾੜੀ ਤੰਤੂ ਕਿਰਿਆ ਤਕਨੀਕਾਂ ਤੋਂ ਪਰਿਆਵਰਣੀ ਵਰਤਾਰਿਆਂ ਬਾਬਤ ਭਵਿੱਖਬਾਣੀ ਕੀਤੀ ਜਾ ਸਕਦੀ ਹੈ, ਪਰੰਤੂ ਇਹਨਾਂ ਤਕਨੀਕਾਂ ਨੂੰ ਬਨੌਟੀ ਬੌਧਿਕਤਾ ਦੇ ਹਾਰਡਵੇਅਰ ਉੱਪਰ ਸਿੱਧਾ ਲਾਗੂ ਕਰਨਾ ਬਹੁਤ ਮੁਸ਼ਕਲ ਹੈ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੰਪਿਊਟਰ ਦੀ ਡਾਟਾ ਪ੍ਰੋਸੈਸਿੰਗ ਸੰਰਚਨਾ ਅਤੇ ਮਨੁੱਖੀ ਦਿਮਾਗ ਦੀ ਕੋਗਨੀਸ਼ਨ ਪ੍ਰਣਾਲੀ ਅਤੇ ਅਮਲ ਨੂੰ ਇੱਕ ਦੂਜੇ ਦੇ ਸਮਾਨ ਮੰਨ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਾਂ ਬੱਚਿਓ, ਮਾਹਰਾਂ ਅਨੁਸਾਰ ਬਨਾਵਟੀ ਵਿਗਿਆਨ ਦੇ ਵਿਕਾਸ 'ਚ ਵਿਗਿਆਨ ਦੀਆਂ ਵੱਖ-ਵੱਖ ਸ਼ਾਖਾਵਾਂ ਦਾ ਅਹਿਮ ਯੋਗਦਾਨ ਹੈ। ਜੀ ਮੈਡਮ, ਵਿਸ਼ੇਸ਼ ਕਰਕੇ ਜੀ ਜੈਵ ਵਿਗਿਆਨ, ਅਣੂ ਵਿਗਿਆਨ, ਨਾੜੂ ਤੰਤੂ ਵਿਗਿਆਨ ਤੇ ਮਨੋਵਿਗਿਆਨ, ਠੀਕ ਹੈ ਨਾ ਜੀ? ਹਾਂ, ਇਹਨਾਂ ਖੇਤਰਾਂ 'ਚ ਹੋਈਆਂ ਖੋਜਾਂ ਨੇ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਬਨਾਵਟੀ ਬੌਧਿਕਤਾ ਵੱਲ ਨੂੰ ਚਲਾਇਆ ਹੈ। ਜੀ ਮੈਡਮ ਜੀ, ਯਾਨੀ ਕਿ ਅਸੀਂ ਨੇੜੇ ਪਹੁੰਚ ਗਏ ਹਾਂ ਮਨੁੱਖੀ ਸੰਵੇਦਨਾ ਨੂੰ ਸਮਝਣ, ਪ੍ਰਗਟ ਕਰਨ ਵਾਲੀਆਂ ਤੇ ਸੋਚਣ ਵਾਲੀਆਂ ਮਸ਼ੀਨਾਂ ਬਣਾਉਣ ਦੇ। ਇੰਨੇ ਕਾਲੇ ਨਾ ਪਾਓ। ਅਜਿਹੀਆਂ ਸੋਚਣ ਵਾਲੀਆਂ ਸੰਵੇਦਨਸ਼ੀਲ ਮਸ਼ੀਨਾਂ ਬਣਾਉਣ 'ਚ ਅਜੇ ਸਮਾਂ ਲੱਗੇਗਾ। ਸਾਡੇ ਨਵੇਂ ਵਿਗਿਆਨ ਲੜੀਵਾਰ ਦੀ ਰੂਪ ਰੇਖਾ 'ਚੋਂ ਮਿਲੇਗੀ ਇਸ ਦੀ ਝਲਕ। ਸਾਡਾ ਨਵਾਂ ਲੜੀਵਾਰ ਪਾਏਗਾ ਬਾਤਾਂ ਬਨੌਟੀ ਬੌਧਿਕਤਾ ਦੀਆਂ। ਨਾਮ ਹੈ ਆਉਣ ਵਾਲਾ ਕੱਲ। ਪੇਸ਼ਕਾਰੀ 52 ਕੜੀਆਂ ਰਾਹੀਂ, ਹਰ ਕੜੀ ਅੱਧੇ ਘੰਟੇ ਦੀ। ਹਰੇਕ ਕੜੀ ਤੋਂ ਬਾਅਦ ਹੋਣਗੇ ਕੁਝ ਸਵਾਲ ਵੀ। ਸੁਣ ਕੇ ਸਮਝ ਜਾਣਗੇ ਵਿਦਿਆਰਥੀ ਤੇ ਅਧਿਆਪਨ ਅਮਲਾ। ਕਿੰਨਾ ਕੁ ਸਹਾਈ ਹੋਏਗਾ ਇਸ ਦਾ ਵਿਸ਼ਾ ਵਸਤੂ ਪਾਠਕ੍ਰਮ ਨੂੰ ਸਮਝਣ ਸਮਝਾਉਣ 'ਚ, ਭੌਤਿਕ, ਰਸਾਇਣ ਤੇ ਜੈਵ ਵਿਗਿਆਨ ਦੀਆਂ ਗੁੰਝਲਾਂ ਨੂੰ ਸਹਿਲ ਤੇ ਸੌਖਾ ਬਣਾਉਣ 'ਚ। ਪਰ ਹੋਵੇਗਾ ਤਾਦੀ ਜਦ ਹਰ ਐਤਵਾਰ ਸਵੇਰ ਵੇਲੇ ਜਲੰਧਰ, ਬਠਿੰਡਾ ਤੇ ਪਟਿਆਲਾ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਇਸ ਲੜੀਵਾਰ ਨੂੰ ਸੁਣੋਗੇ ਮਨ ਚਿੱਤ ਲਾ ਕੇ। ਸਿਰਫ ਅੱਧਾ ਘੰਟਾ, ਹਫ਼ਤੇ 'ਚ ਇੱਕ ਵਾਰੀ। ਪਰ ਕਿਹੜੀਆਂ ਸੁਣਾਓਗੇ ਕਹਾਣੀਆਂ ਇਸ ਲੜੀਵਾਰ 'ਚ? ਕਹਾਣੀਆਂ ਹੋਣਗੀਆਂ ਬਹੁਤ ਹੀ ਦਿਲਚਸਪ, ਗਿਆਨਵਰਧਕ, ਭਾਉਣਗੀਆਂ ਹਰ ਸਰੋਤੇ ਨੂੰ। ਫਿਰ ਹੋਵੇ ਚਾਹੇ ਉਹ ਕੋਈ ਵਿਦਿਆਰਥੀ, ਅਧਿਆਪਕ, ਪੜ੍ਹਿਆ ਜਾਂ ਅਨਪੜ੍ਹ,
ਮਰਦ ਜਾਂ ਔਰਤ, ਬੱਚਾ, ਬਜ਼ੁਰਗ ਜਾਂ ਗਬਰੇਟ। ਪਰ ਇਹ ਤਾਂ ਦੱਸੋ ਕਿ ਕਹਾਣੀਆਂ ਕਿੰਨਾ ਵਿਸ਼ਿਆਂ ਤੇ ਹੋਣਗੀਆਂ? ਵਿਸ਼ੇ? ਵਾਹ ਜੀ ਵਾਹ! ਕਹਾਣੀਆਂ ਹੋਣਗੀਆਂ ਬਣਾਉਟੀ ਬੌਧਿਕਤਾ ਦੇ ਭਵਿੱਖ ਦੀਆਂ। ਮਨੁੱਖੀ ਜੀਵਨ 'ਚ ਇਸ ਬਣਾਉਟੀ ਬੁੱਧੀ ਦੇ ਬੋਲਬਾਲੇ ਕਾਰਨ ਹੋਣ ਵਾਲੇ ਬਦਲਾਵਾਂ ਦੀਆਂ, ਆਉਣ ਵਾਲੇ ਕੱਲ੍ਹ ਦੀਆਂ, ਪ੍ਰਸ਼ਾਸਨ ਦੀ ਨਵੀਂ ਰੂਪਰੇਖਾ ਦੀਆਂ, ਕਿਹੋ ਜਿਹਾ ਹੋਏਗਾ ਸੂਚਨਾ ਤੰਤਰ, ਕਿਹੋ ਜਿਹੀ ਹੋਏਗੀ ਸਾਡੀ ਆਰਥਿਕਤਾ, ਕੀ ਹੋਣਗੇ ਬਦਲਾਅ ਬਾਜ਼ਾਰ 'ਚ, ਸਾਡੀ ਸਿਆਸਤ 'ਚ, ਸਾਡੇ ਸਮਾਜ 'ਚ, ਸਾਡੀ ਸੋਚ 'ਚ, ਦੁਰਗਮ ਖੇਤਰਾਂ ਦੀ ਭਾਲ 'ਚ, ਉਹਨਾਂ ਨੂੰ ਸਮਝਣ 'ਚ। ਸਾਡੇ ਸਰੋਤਿਆਂ ਨੂੰ ਗੱਲਾਂ-ਗੱਲਾਂ ਵਿੱਚ ਹੀ ਸਮਝ ਆ ਜਾਏਗਾ ਮਸ਼ੀਨੀ ਬੁੱਧੀ ਨਾਲ ਹੋਣ ਵਾਲੇ ਬਦਲਾਅ ਦਾ ਅਮਲ। ਬਣਾਉਟੀ ਬੌਧਿਕਤਾ ਦਾ ਵਿਗਿਆਨ। ਸੁਣਾਂਗੇ ਆਧੁਨਿਕ ਵਿਕਾਸ ਦੇ ਚੌਥੇ ਇਨਕਲਾਬ ਦੀਆਂ ਗੱਲਾਂ। ਪਿਛਲੀਆਂ 3 ਸਦੀਆਂ ਦੌਰਾਨ ਹੋਏ ਉਦਯੋਗਿਕ, ਵਿਗਿਆਨਿਕ ਤੇ ਤਕਨਾਲੋਜਿਕ ਅਤੇ ਡਿਜੀਟਲ ਇਨਕਲਾਬ ਤੋਂ ਬਾਅਦ ਨਵੇਂ ਯੁੱਗ ਦੇ ਆਗਾਜ਼ ਦੀਆਂ, ਮਸ਼ੀਨੀ ਬੌਧਿਕਤਾ ਦੀਆਂ, ਸੰਵੇਦਨਸ਼ੀਲ ਮਸ਼ੀਨਾਂ ਦੀਆਂ, ਸਦੀਆਂ ਦੌਰਾਨ ਪੁੱਟੀਆਂ ਪੁਲਾਂਘਾਂ ਦੇ ਖੱਟੇ ਮਿੱਠੇ ਅਨੁਭਵਾਂ ਦੀਆਂ ਤੇ ਉਹਨਾਂ ਦੇ ਪ੍ਰਭਾਵ ਦੀਆਂ। ਕਹਾਣੀ ਹੋਏਗੀ ਬਣਾਉਟੀ ਬੌਧਿਕਤਾ ਦੀਆਂ ਉਪਲਬਧੀਆਂ ਦੀ, ਪੈਦਾ ਹੋਣ ਵਾਲੇ ਸੰਭਾਵੀ ਵਿਗਾੜਾਂ ਦੀ, ਨੈਤਿਕ ਮੁੱਦਿਆਂ ਦੀ। ਜੀ ਹਾਂ, ਇਹਨਾਂ ਮੁੱਦਿਆਂ ਬਾਬਤ ਕੁੰਡੀਆਂ ਖੋਲ੍ਹਣ ਦੇ ਵਾਸਤੇ ਇਹ 52 ਕੜੀਆਂ ਵਾਲਾ ਰੇਡੀਓ ਧਾਰਾਵਾਹਿਕ ਦੇਸ਼ ਭਰ 'ਚ 19 ਭਾਰਤੀ ਭਾਸ਼ਾਵਾਂ 'ਚ ਹੋਵੇਗਾ ਪ੍ਰਸਾਰਿਤ, ਆਲ ਇੰਡੀਆ ਰੇਡੀਓ ਦੇ 124 ਸਟੇਸ਼ਨਾਂ ਤੋਂ ਨਾਲੋਂ ਨਾਲ। ਪੰਜਾਬ 'ਚ ਪੰਜਾਬੀ ਬੋਲੀ 'ਚ ਹੋਏਗਾ ਇਹ ਪ੍ਰਸਾਰਣ ਆਲ ਇੰਡੀਆ ਰੇਡੀਓ ਦੇ ਜਲੰਧਰ, ਪਟਿਆਲਾ ਤੇ ਬਠਿੰਡਾ ਸਟੇਸ਼ਨਾਂ ਤੋਂ। ਜੀ, ਹਰ ਕੜੀ ਦੇ ਅੰਤ ਵਿੱਚ ਪੁੱਛੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਚੁਣਿੰਦਾ ਸਰੋਤਿਆਂ ਦੇ ਨਾਵਾਂ ਦਾ ਕੀਤਾ ਜਾਏਗਾ ਐਲਾਨ ਅਗਲੀਆਂ ਕੜੀਆਂ ਵਿੱਚ। ਲੜੀਵਾਰ 'ਚ ਹੋਵੇਗਾ ਗਿਆਨ ਆਰਟੀਫੀਸ਼ੀਅਲ ਇੰਟੈਲੀਜੈਂਸ, ਯਾਨੀ ਬਣਾਉਟੀ ਬੁੱਧੀ ਦੇ ਵਿਭਿੰਨ ਪਹਿਲੂਆਂ ਬਾਰੇ, ਜਿਵੇਂ ਕਿ ਕੀ ਹੈ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਬਣਾਉਟੀ ਬੌਧਿਕਤਾ ਤੋਂ? ਕੀ ਹੈ ਇਤਿਹਾਸ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਬਣਾਉਟੀ ਬੌਧਿਕਤਾ ਦਾ? ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ AI ਯਾਨੀ ਬਣਾਉਟੀ ਬੁੱਧੀ ਪਿੱਛੇ ਕੰਮ ਕਰਦਾ ਵਿਗਿਆਨ। ਆਰਟੀਫੀਸ਼ੀਅਲ ਇੰਟੈਲੀਜੈਂਸ ਬਨਾਮ ਮਨੁੱਖ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ਵ ਭਰ ਅਤੇ ਸਾਡੇ ਮੁਲਕ 'ਚ ਹੋ ਰਹੇ ਵਿਕਾਸ ਤੇ ਖੋਜ ਕਾਰਜ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਮਹੱਤਵ ਅਤੇ ਭਾਰਤ ਦੇ ਸਮਾਜਿਕ ਤੇ ਆਰਥਿਕ ਟੀਚਿਆਂ ਦੀ ਪ੍ਰਾਪਤੀ 'ਚ ਇਸ ਦਾ ਸੰਭਾਵੀ ਯੋਗਦਾਨ। ਕਹਾਣੀਆਂ ਕਾਮਯਾਬੀ ਦੀਆਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਨਵੀਂ ਤਕਨਾਲੋਜੀ ਦੀ ਵਰਤੋਂ। ਬਣਾਉਟੀ ਬੌਧਿਕਤਾ ਦੇ ਨਵੇਂ ਦਿਸ਼ਾ-ਦੇ। ਵਾਹ ਜੀ ਵਾਹ! ਕਰ ਲਿਆ ਇਰਾਦਾ ਗੱਲਾਂ-ਗੱਲਾਂ 'ਚ ਹੀ ਸਮਝਾਉਣ ਦਾ ਵਿਗਿਆਨ ਦੇ ਗੂੜ ਗਿਆਨ ਨੂੰ, ਬਣਾਉਟੀ ਬੌਧਿਕਤਾ ਦੀਆਂ ਗੁੰਝਲਦਾਰ ਗੱਲਾਂ ਨੂੰ, ਇਸ ਦੇ ਰਹੱਸਾਂ ਨੂੰ ਖੋਲ੍ਹਣ ਲਈ ਇਸ ਦੇ ਗੁੰਝਲਦਾਰ ਭੇਤ। ਲੋਕ ਬੋਲੀ 'ਚ ਵਿਗਿਆਨ ਨੂੰ ਸਮਝਾਉਣ ਨਾਲ ਹੀ ਸਮਾਜ ਦਾ ਤੇ ਜਨ-ਜਨ ਦਾ ਭਲਾ ਹੋ ਸਕਦਾ ਹੈ। ਜਨ-ਜਨ ਲਈ ਵਿਗਿਆਨ, ਵਿਗਿਆਨਿਕ ਸੋਚ ਲਈ ਵਿਗਿਆਨ, ਸਰਬੱਤ ਦੇ ਭਲੇ ਲਈ ਵਿਗਿਆਨ। ਵਿਗਿਆਨ ਪ੍ਰਸਾਰ ਦਾ ਤੇ ਆਕਾਸ਼ਵਾਣੀ ਦਾ ਯਤਨ ਤਾਂ ਹੈ ਸ਼ਲਾਘਾਯੋਗ, ਪਰ ਕੋਈ ਝਲਕ ਤਾਂ ਵਿਖਾ ਦਿਓ ਇਸ ਬਣਾਉਟੀ ਬੌਧਿਕਤਾ ਦੇ ਵਿਗਿਆਨ ਦੀ। ਅੱਛਾ, ਬਣਾਉਟੀ ਬੌਧਿਕਤਾ ਦੇ ਵਿਗਿਆਨ ਦੇ ਭੇਦ ਕਿਉਂ ਕਰਦੀਆਂ ਝੇਡਾਂ ਭਾਗਮਾਂ ਨੇ ਮੇਰੇ ਨਾਲ? ਤੈਨੂੰ ਤਾਂ ਪਤਾ ਹੈ ਮੈਂ ਤਾਂ ਪਿੰਡ ਦੀ ਸੱਥ 'ਚ ਵੀ ਨਹੀਂ ਸੀ ਸਕਿਆ ਖੋਲ ਇਸ ਦੀਆਂ ਮੁੱਢਲੀਆਂ ਗੰਢਾਂ ਵੀ। ਕਿਉਂ ਕਰਦੀਆਂ ਇਸ ਇੱਜ਼ਤਹੀਣ ਦੀ ਹੋਰ ਬੇਇੱਜ਼ਤੀ ਭਲਾ? ਲੈ ਫਿਰ ਕੋਈ ਨਹੀਂ, ਹੋ ਜਾ ਤੂੰ ਵੀ ਕੂਲ ਤੇ ਆਪਾਂ ਚੱਲਦੇ ਆਂ ਸਕੂਲ। ਚਲੋ ਫਿਰ ਸਕੂਲ। ਹਾਂ। ਪਰਮ ਸਤਿਕਾਰਯੋਗ ਉਚੇਚੇ ਤੌਰ ਤੇ ਆਏ ਵਿਗਿਆਨੀਓ ਤੇ ਮੇਰੇ ਬਹੁਤ ਹੀ ਪਿਆਰੇ ਬੱਚਿਓ, ਮੈਂ ਸਕੂਲ ਦੇ ਮੁੱਖ ਅਧਿਆਪਕ ਵਜੋਂ ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਦਾ। ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਅੱਜ ਸਾਡੇ ਦਰਮਿਆਨ ਵਿਗਿਆਨ ਪ੍ਰਸਾਰ ਤੋਂ ਮਾਹਿਰ ਡਾਕਟਰ ਵਰਿੰਦਰ ਜੀ ਆਏ ਨੇ। ਅਸੀਂ ਇਹਨਾਂ ਤੋਂ ਨਵੇਂ ਵਿਗਿਆਨ ਰੇਡੀਓ ਧਾਰਾਵਾਹਿਕ ਬਾਰੇ ਜਾਣਾਂਗੇ। ਹੁਣ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦਾ ਤੇ ਮੈਂ ਬੇਨਤੀ ਕਰਦਾ ਡਾਕਟਰ ਵਰਿੰਦਰ ਜੀ ਨੂੰ ਕਿ ਉਹ ਤੁਹਾਡੇ ਨਾਲ ਮੁਖਾਤਿਬ ਹੋਣ ਤੇ ਸਾਨੂੰ ਸਭਨਾਂ ਨੂੰ ਇਸ ਨਵੇਂ ਵਿਗਿਆਨ ਰੇਡੀਓ ਧਾਰਾਵਾਹਿਕ ਬਾਰੇ ਚਾਨਣਾ ਪਾਉਣ। ਧੰਨਵਾਦ। ਆਓ ਜੀ। ਬਹੁਤ ਬਹੁਤ ਧੰਨਵਾਦ ਹੈਡਮਾਸਟਰ ਸਾਹਿਬ। ਪਿਆਰੇ ਸਰੋਤਿਓ, ਬੱਚਿਓ, ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ, ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਪਿਛਲਾ ਜਿਹੜਾ ਸਾਡਾ ਸਾਇੰਸ ਸੀਰੀਅਲ ਸੀਗਾ ਵਿਗਿਆਨ ਰੇਡੀਓ ਧਾਰਾਵਾਹਿਕ ਬਦਲਦਾ ਜਲਵਾਯੂ, ਉਹਨੂੰ ਸਾਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ, ਬਹੁਤ ਪਿਆਰ ਦਿੱਤਾ। ਉਹ ਤੋਂ ਬਾਅਦ ਹੁਣ ਅਸੀਂ ਲੈ ਕੇ ਆ ਰਹੇ ਹਾਂ, ਅਸੀਂ ਮਤਲਬ ਭਾਰਤ ਸਰਕਾਰ ਦਾ ਅਦਾਰਾ ਵਿਗਿਆਨ ਪ੍ਰਸਾਰ ਲੈ ਕੇ ਆ ਰਿਹਾ ਨਵਾਂ ਵਿਗਿਆਨ ਰੇਡੀਓ ਧਾਰਾਵਾਹਿਕ
ਆਉਣ ਵਾਲਾ ਕੱਲ। ਹਾਂਜੀ ਬੱਚੋ, ਇਹ ਟਾਈਟਲ ਹੈ ਇਹਦਾ, ਆਉਣ ਵਾਲਾ ਕੱਲ। ਤੇ ਇਸ ਦਾ ਵਿਸ਼ਾ ਵਸਤੂ, ਇਹਦਾ ਸਬਜੈਕਟ ਬਹੁਤ ਹੀ ਇੰਟਰਸਟਿੰਗ ਹੋਏਗਾ ਬੱਚਿਓ। ਉਹ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, AI, यानी बनावटी बुद्धि। जी हाँ बच्चों, बनावटी बुद्धि। आर्टिफिशियल इंटैलीजेंस ਜਿਹੜੀ ਅੱਜ ਕੱਲ੍ਹ ਸਾਡੀ ਲਾਈਫ 'ਚ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਹਾਂ, ਮੈਨੂੰ ਲੱਗਦਾ ਕੁਝ ਲੋਕਾਂ ਨੂੰ ਲੱਗਦਾ ਹੋਵੇ ਕਿ ਉਹ ਉਪਰਾ ਜਿਹਾ ਵਿਸ਼ਾ ਹੈ, ਪਰ ਨਹੀਂ ਦੋਸਤੋ। ਹਕੀਕਤ ਇਹ ਹੈ ਕਿ ਮਨੁੱਖ ਸ਼ੁਰੂ ਤੋਂ ਹੀ ਐਸੀਆਂ ਮਸ਼ੀਨਾਂ ਦਾ ਵਿਕਾਸ ਕਰਨ ਦਾ ਚਾਹਵਾਨ ਰਿਹਾ ਜੋ ਖੁਦ ਕੰਮ ਕਰ ਸਕਣ। ਸਮਝੇ ਤੁਸੀਂ? ਉਹ ਮਸ਼ੀਨਾਂ ਜੋ ਇਨਸਾਨੀ ਦਖਲ ਤੋਂ ਬਿਨਾਂ ਕੰਮ ਕਰ ਸਕਣ। ਮੇਰਾ ਖਿਆਲ ਹੈ ਕਿ ਅਸੀਂ ਸਾਰੇ ਇਸ ਟੈਕਨੋਲੋਜੀ ਦੀ ਵਰਤੋਂ ਪਹਿਲਾਂ ਤੋਂ ਹੀ ਕਰ ਰਹੇ ਹਾਂ। ਨਹੀਂ, ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਅਸੀਂ ਕਿਤੇ ਜਾਣਾ, ਅਸੀਂ ਪਹਿਲਾਂ ਉਸ ਬੰਦੇ ਤੋਂ ਉਹਦੀ ਲੋਕੇਸ਼ਨ ਮੰਗਵਾਉਂਦੇ ਹਾਂ ਜਿੱਥੇ ਅਸੀਂ ਜਾਣਾ। ਫਿਰ ਅਸੀਂ ਮੋਬਾਈਲ ਫੋਨ 'ਤੇ ਭਰਦੇ ਹਾਂ ਰੂਟ, ਹੈ ਨਾ। ਰੂਟ ਸਾਨੂੰ ਸਭ ਤੋਂ ਛੋਟਾ ਰਸਤੇ 'ਚ ਆਉਣ ਵਾਲੀਆਂ ਅੜਚਣਾਂ, ਸੜਕ 'ਤੇ ਲੱਗੇ ਜਾਮ, ਮੋੜ, ਮੁੱਖ ਨਿਸ਼ਾਨੀਆਂ ਵਗੈਰਾ ਸਭ ਕੁਝ ਦੱਸ ਦਿੰਦਾ। ਠੀਕ ਹੈ ਨਾ? ਠੀਕ ਹੈ ਨਾ ਮੇਰੀ ਗੱਲ? ਵੈਸੇ ਹਾਲਾਂਕਿ ਮੈਨੂੰ ਅਜੀਬ ਜਿਹਾ ਲੱਗਦਾ, ਮੈਨੂੰ ਇਹਨੂੰ ਵਰਤਣ ਦੀ ਆਦਤ ਨਹੀਂ ਹੈਗੀ। ਸਾਡੇ ਸਮਿਆਂ 'ਚ ਅਸੀਂ ਤਾਂ ਸਿਰਫ ਐਡਰੈਸ ਪੁੱਛਦੇ ਸੀ ਅਤੇ ਪਹੁੰਚ ਜਾਂਦੇ ਸੀ, ਪਰ ਅੱਜ ਕੱਲ੍ਹ ਅਸੀਂ ਇਹਨਾਂ 'ਤੇ ਬਹੁਤ ਡਿਪੈਂਡੈਂਟ ਹੁੰਦੇ ਜਾ ਰਹੇ ਹਾਂ। ਇੱਕ ਹੋਰ ਐਗਜ਼ਾਮਪਲ ਬੱਚਿਓ, ਸਮਝ ਲਓ ਅਸੀਂ ਕਿਸੇ ਵੱਡੇ ਸ਼ਹਿਰ 'ਚ ਬੈਠੇ ਹਾਂ, ਅਸੀਂ ਕਿਤੇ ਜਾਣਾ, ਤਾਂ ਉਹਦੇ ਲਈ ਅਸੀਂ ਕੀ ਕਰਦੇ ਹਾਂ? ਟੈਕਸੀ ਬੁੱਕ ਕਰਦੇ ਹਾਂ। ਕਿੱਦਾਂ ਬੁੱਕ ਕਰਦੇ ਹਾਂ? ਐਪ ਦੇ ਜ਼ਰੀਏ। ਸਾਡੇ ਸਭ ਤੋਂ ਨੇੜੇ ਖੜੀ ਟੈਕਸੀ ਸਾਡੇ ਤੱਕ ਅੱਪੜ ਜਾਂਦੀ ਹੈ। ਅਤੇ ਇੰਨਾ ਹੀ ਨਹੀਂ, ਜੇ ਫਰਜ਼ ਕਰੋ ਅਸੀਂ ਟੈਕਸੀ ਸ਼ੇਅਰ ਕਰਨੀ ਹੈ, ਪੂਰਾ ਖਰਚਾ ਨਹੀਂ ਚੱਕਣਾ, ਤਾਂ ਉਹ ਵਿਕਲਪ ਯਾਨੀ ਉਹ ਆਪਸ਼ਨ ਵੀ ਅਸੀਂ ਚੁਣ ਸਕਦੇ ਹਾਂ। ਉਸ ਰੂਟ 'ਤੇ ਜਾਣ ਵਾਲੇ ਟੈਕਸੀ ਸ਼ੇਅਰ ਕਰਨ ਦੇ ਚਾਹਵਾਨ ਦੂਜੇ ਯਾਤਰੀ ਵੀ ਸਾਡੇ ਸਹਿ ਯਾਤਰੀ ਬਣ ਕੇ ਸਾਡੇ ਨਾਲ ਸਫ਼ਰ ਕਰਦੇ ਨੇ। ਦੋਸਤੋ, ਪੰਜਾਬੀ ਵਾਲਾ ਸਫ਼ਰ ਅੰਗਰੇਜ਼ੀ ਵਾਲਾ ਨਹੀਂ। ਹਾਂਜੀ, ਤੁਸੀਂ ਚਾਹੋ ਤਾਂ ਹੱਸ ਸਕਦੇ ਹੋ। ਸੋ ਮੈਂ ਇਹ ਅਰਜ਼ ਕਰ ਰਿਹਾ ਸੀ ਕਿ ਇਸ ਤਰ੍ਹਾਂ ਅਸੀਂ ਟੈਕਸੀ ਸ਼ੇਅਰ ਕਰ ਸਕਦੇ ਹਾਂ, ਪ੍ਰਦੂਸ਼ਣ ਵੀ ਘਟਦਾ ਹੈ ਅਤੇ ਖਰਚਾ ਵੀ ਘਟਦਾ ਹੈ। ਸੋ ਮੇਰੇ ਕਹਿਣ ਦਾ ਮਤਲਬ ਕਿ ਬਣਾਉਟੀ ਬੌਧਿਕਤਾ ਜਿਹੜੀ ਹੈ ਹੁਣ ਜੀਵਨ ਦੇ ਹਰ ਏਰੀਆ 'ਚ, ਹਰ ਫੀਲਡ 'ਚ ਪ੍ਰਵੇਸ਼ ਕਰ ਚੁੱਕੀ ਹੈ। ਵਾਹ ਜੀ ਵਾਹ, ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਹੈ। ਪਰ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਜੀ, ਹਾਂਜੀ, ਵੀ ਕਿਹੜੇ ਖੇਤਰ ਹੈ ਜਿੱਥੇ ਬਣਾਉਟੀ ਬੌਧਿਕਤਾ ਦੀ ਵਰਤੋਂ ਹੋਰ ਵੀ ਹੁੰਦੀ ਪਈ ਹੈ ਜੀ? ਹਾਂਜੀ ਬੇਟਾ, ਬਿਲਕੁਲ ਮੈਂ ਦੱਸਣ ਜਾ ਰਿਹਾ। ਹੁਣ ਜੇ ਦੇਸ਼ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹਨਾਂ 'ਤੇ ਆਧਾਰਿਤ ਕਈ ਜੁਗਤਾਂ ਦੀ ਵਰਤੋਂ ਕਰਕੇ ਸਾਡੇ ਸੈਨਿਕ ਮੁੱਠਭੇੜਾਂ 'ਚ ਹੋਣ ਵਾਲਾ ਜਾਨੀ ਨੁਕਸਾਨ ਘਟਾ ਲੈਂਦੇ ਨੇ। ਉਹ ਤੋੜਪੰਨ ਕਰਨ ਵਾਲਿਆਂ ਦੇ ਠਿਕਾਣਿਆਂ 'ਤੇ ਹਮਲਾ ਕਰਨ ਤੋਂ ਪਹਿਲਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਪੂਰੀ ਸਥਿਤੀ ਦਾ ਜਾਇਜ਼ਾ ਲੈ ਲੈਂਦੇ ਨੇ। ਹੈ ਨਾ, ਕਿੱਡੀ ਵੱਡੀ ਗੱਲ। ਇੱਕ ਹੋਰ ਗੱਲ, ਹੈਲਥ ਸੈਕਟਰ ਦੀ ਜੇ ਗੱਲ ਕਰੀਏ, ਮੇਰਾ ਮਤਲਬ ਸਿਹਤ ਦੀ, ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਡਾਕਟਰ ਆਨਲਾਈਨ ਆਪਣੀ ਰਾਏ ਦੇ ਰਹੇ ਨੇ, ਰੋਬੋਟਿਕ ਸਰਜਰੀ ਦੀ ਮਦਦ ਨਾਲ ਆਪਰੇਸ਼ਨ ਕਰ ਰਹੇ ਨੇ। ਅਤੇ ਇਸ ਟੈਕਨੋਲੋਜੀ ਦਾ ਵਿਕਾਸ ਹੋਣ ਨਾਲ ਹੁਣ ਖੁਦ ਫੈਸਲੇ ਲੈ ਸਕਣ ਵਾਲੇ ਕੰਪਿਊਟਰ ਵੀ ਬਣ ਰਹੇ ਨੇ, ਜੋ ਕਈ ਮਾਮਲਿਆਂ 'ਚ ਮਨੁੱਖੀ ਦਿਮਾਗ ਨਾਲੋਂ ਵੀ ਤੇਜ਼ ਤੇ ਵਧੀਆ ਤਰੀਕੇ ਨਾਲ ਸੋਚ ਸਕਦੇ ਨੇ। ਬੱਚੋ, 2 ਦਹਾਕੇ ਪਹਿਲਾਂ ਦੀ ਗੱਲ ਹੈ ਕਿ ਡੀਪ ਬਲੂ ਨਾਮੀ ਕੰਪਿਊਟਰ ਨੇ ਤਾਂ ਸ਼ਤਰੰਜ ਦੇ ਖੇਡ ਵਿੱਚ ਵਿਸ਼ਵ ਚੈਂਪੀਅਨ ਨੂੰ ਵੀ ਹਰਾ ਦਿੱਤਾ ਸੀ। ਇੱਕ ਹੋਰ ਡਿਵੈਲਪਮੈਂਟ, ਮਨੁੱਖੀ ਆਵਾਜ਼ ਤੇ ਲਿਖਾਈ ਨੂੰ ਸਮਝ ਸਕਣ ਵਾਲੀਆਂ ਮਸ਼ੀਨਾਂ ਬਣ ਚੁੱਕੀਆਂ ਨੇ। ਅਤੇ ਉਹਨਾਂ ਨਾਲ ਕੀ ਹੋਇਆ? ਕਲਾ, ਸਾਹਿਤ ਤੇ ਕਈ ਹੋਰ ਖੇਤਰਾਂ 'ਚ ਕ੍ਰਾਂਤੀ ਆ ਜਾਏਗੀ। ਬਿਲਕੁਲ, ਹੁਣ ਤੁਸੀਂ ਬੋਲਦੇ ਜਾਓ, ਕੰਪਿਊਟਰ ਟਾਈਪ ਕਰੀ ਜਾਂਦਾ, ਤੁਹਾਡੀ ਹਦਾਇਤ 'ਤੇ ਰੁਕ ਜਾਂਦਾ, ਗਲਤੀਆਂ ਠੀਕ ਕਰ ਦਿੰਦਾ, ਹੈ ਨਾ ਕਮਾਲ। ਹੁਣ ਭਿੰਨ ਖੇਤਰਾਂ 'ਚ ਐਸੀਆਂ ਮਸ਼ੀਨਾਂ ਆ ਚੁੱਕੀਆਂ ਨੇ ਜਿਨ੍ਹਾਂ ਨੂੰ ਮਨੁੱਖ ਤੋਂ ਦਿਸ਼ਾ ਨਿਰਦੇਸ਼ ਲੈਣ ਦੀ ਲੋੜ ਵੀ ਨਹੀਂ ਪਏਗੀ, ਉਹ ਆਪਣੇ ਆਪ ਕੰਮ ਕਰਨਗੀਆਂ। ਸੋਫੀਆ ਨਾਮਕ ਰੋਬੋਟ ਬਿਨਾਂ ਮਨੁੱਖੀ ਦਖਲਅੰਦਾਜ਼ੀ ਦੇ ਫਰਸ਼ ਸਾਫ਼ ਕਰ ਸਕਦਾ ਹੈ। ਤੇ ਹੋਰ ਬੱਚਿਓ, ਬਿਨਾਂ ਡਰਾਈਵਰਾਂ ਦੇ ਚੱਲਣ ਵਾਲੀਆਂ ਕਾਰਾਂ ਵੀ ਆ ਚੁੱਕੀਆਂ ਨੇ। ਡਾਕਟਰ ਸਾਹਿਬ ਜੀ, ਫਾਇਦਾ ਤਾਂ ਜੀ ਬਹੁਤ ਆ, ਪਰ ਸਾਡੇ ਵਰਗਿਆਂ ਦਾ ਵੀ ਸੋਚੋ ਨਾ ਜੀ, ਬੇਰੁਜ਼ਗਾਰੀ ਤਾਂ ਬਹੁਤ ਫੈਲ ਜਾਊਗੀ। ਸਾਡੇ ਵਰਗੇ ਤਾਂ ਪਹਿਲਾਂ ਹੀ ਕੰਮ ਧੰਦੇ ਤੋਂ ਬਿਨਾਂ ਤੁਰੇ ਫਿਰਦੇ ਆ ਜੀ। ਇਹ ਮੁੱਦਾ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਪਤਾ ਹੈ ਕਿ ਜਦੋਂ ਅਸੀਂ ਸਕੂਲੇ ਪੜ੍ਹਦੇ ਹੁੰਦੇ ਸੀ ਤਾਂ ਸਾਨੂੰ ਇੱਕ ਲੇਖ ਆਉਂਦਾ ਸੀਗਾ ਕਿ ਵਿਗਿਆਨ ਇੱਕ ਅਭਿਸ਼ਾਪ ਹੈ ਜਾਂ ਇੱਕ ਵਰਦਾਨ ਹੈ। ਇਹ ਬਿਲਕੁਲ ਸਹੀ ਗੱਲ ਹੈ ਕਿ ਟੈਕਨੋਲੋਜੀ ਦੀ ਵਰਤੋਂ ਜਿਹੜੀ ਹੈ ਮਨੁੱਖੀ ਸਮੱਸਿਆਵਾਂ ਨੂੰ ਹੱਲ ਕਰਨੀ ਹੋਣੀ ਚਾਹੀਦੀ ਹੈ, ਨਾ ਕਿ ਸਮੱਸਿਆਵਾਂ ਪੈਦਾ ਕਰਨ ਲਈ। ਹੁਣ ਭਾਰਤ ਦਾ ਜਿਹੜਾ AI ਪ੍ਰੋਗਰਾਮ ਹੈ, ਇਸ ਚਿੰਤਾ ਨੂੰ ਧਿਆਨ 'ਚ ਰੱਖ ਕੇ ਹੀ ਸਿਰਜਿਆ ਜਾ ਰਿਹਾ। ਅਸੀਂ ਇਸ ਟੈਕਨੀਕ ਦੀ ਮਦਦ ਨਾਲ ਕਿਸਾਨ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਸ ਗੱਲ ਦਾ ਧਿਆਨ ਰੱਖ ਰਹੇ ਹਾਂ ਕਿ ਰੁਜ਼ਗਾਰ ਨੂੰ ਲੱਤ ਨਾ ਵੱਜੇ।
ਇੰਨਾ ਜ਼ਰੂਰ ਹੈ ਕਿ ਇਹ ਤਕਨੀਕ ਅਜੇ ਸ਼ੁਰੂਆਤੀ ਦੌਰ 'ਚ ਹੈ ਤੇ ਮਨੁੱਖ ਦਾ ਬਦਲ ਬਣ ਸਕਣ ਵਾਲੀਆਂ ਸੰਵੇਦਨਸ਼ੀਲ ਮਸ਼ੀਨਾਂ ਤਾਂ ਅਜੇ ਬਹੁਤ ਦੂਰ ਦਾ ਸੁਪਨਾ ਨੇ। ਅਜੇ ਤਾਂ ਅਸੀਂ ਮਨੁੱਖ ਦੀ ਸਹੂਲਤ ਦਾ ਹੀ ਪ੍ਰਬੰਧ ਕਰਨ 'ਚ ਲੱਗੇ ਹੋਏ ਹਾਂ। ਪਰ ਸਰ, ਇਸ ਨਾਲ ਤਾਂ ਲੋਕਾਂ ਦੀ ਨਿੱਜੀ ਆਜ਼ਾਦੀ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਤਾਕਤ ਤੇ ਦੌਲਤ ਚੰਦ ਹੱਥਾਂ 'ਚ ਇਕੱਤਰ ਹੋ ਸਕਦੀ ਹੈ। ਹਾਂ, ਹੋ ਸਕਦਾ ਹੈ ਐਸਾ ਵੀ, ਪਰ ਮੈਂ ਹਮੇਸ਼ਾ ਤੋਂ ਕਹਿਣਾ ਆਇਆ ਕਿ ਅਸੀਂ ਟੈਕਨੋਲੋਜੀ ਦਾ ਇਸਤੇਮਾਲ ਕਰੀਏ, ਪਰ ਆਪਣੇ ਅੱਖਾਂ ਤੇ ਆਪਣੇ ਕੰਨ ਖੁੱਲ੍ਹੇ ਰੱਖੀਏ। ਇਹਨਾਂ ਸਾਰੇ ਮਾਮਲਿਆਂ ਬਾਰੇ ਸੁਚੇਤ ਰਹਿਣਾ ਪਏਗਾ ਤੇ ਸਮੇਂ-ਸਮੇਂ ਤੇ ਜੇ ਲੋੜ ਪਵੇ ਤਾਂ ਆਵਾਜ਼ ਉਠਾਉਣੀ ਪਏਗੀ, ਤਾਂ ਕਿ ਅਸੀਂ ਮਨੁੱਖ ਨੂੰ ਬਣਾਉਟੀ ਬੌਧਿਕਤਾ ਦਾ ਤੇ ਬਣਾਉਟੀ ਬੌਧਿਕਤਾ ਦੇ ਮਾਲਕਾਂ ਦਾ ਗੁਲਾਮ ਬਣਨ ਤੋਂ ਰੋਕ ਸਕੀਏ। ਸਾਨੂੰ ਅਵੇਅਰ ਰਹਿਣਾ ਪਏਗਾ, ਸਾਨੂੰ ਸੁਚੇਤ ਰਹਿਣਾ ਪਏਗਾ, ਕਿਉਂਕਿ ਬਣਾਉਟੀ ਬੌਧਿਕਤਾ ਜਿਹੜੀ ਹੈ ਮਨੁੱਖ ਦੀ ਖੁਸ਼ਹਾਲੀ ਲਈ ਵਰਤੀ ਜਾਣੀ ਚਾਹੀਦੀ ਹੈ, ਨਾ ਕਿ ਬਰਬਾਦੀ ਲਈ। ਫਿਰ ਕਿਤੇ ਮੁਲਾਕਾਤ ਹੋਏਗੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਹੈਡਮਾਸਟਰ ਸਾਹਿਬ ਦਾ ਕਿ ਉਹਨਾਂ ਨੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਜਿਉਂਦੇ ਵਾਸਤੇ ਰਹੋ। ਤੇ ਲਓ ਹੁਣ ਪੇਸ਼ ਨੇ ਸਾਡੀ ਅੱਜ ਦੀ ਪ੍ਰਸਾਰਿਤ ਹੋਈ ਕੜੀ ਦੇ ਸਵਾਲ। ਸਵਾਲ ਪਹਿਲਾ, ਬਨਾਉਟੀ ਬੌਧਿਕਤਾ ਦੇ ਪੜਾਅ ਤੱਕ ਮਨੁੱਖ ਕਿਵੇਂ ਪਹੁੰਚਿਆ? ਦੂਜਾ ਸਵਾਲ, ਬਨਾਉਟੀ ਬੌਧਿਕਤਾ ਦੇ ਵਿਕਾਸ 'ਚ ਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਦਾ ਵਿਸ਼ੇਸ਼ ਯੋਗਦਾਨ ਹੈ? ਸਵਾਲ ਇੱਕ ਵਾਰੀ ਫੇਰ ਸੁਣ ਲਓ। ਸਵਾਲ ਪਹਿਲਾ, ਬਨਾਉਟੀ ਬੌਧਿਕਤਾ ਦੇ ਪੜਾਅ ਤੱਕ ਮਨੁੱਖ ਕਿਵੇਂ ਪਹੁੰਚਿਆ? ਦੂਜਾ ਸਵਾਲ, ਬਨਾਉਟੀ ਬੌਧਿਕਤਾ ਦੇ ਵਿਕਾਸ 'ਚ ਵਿਗਿਆਨ ਦੀਆਂ ਕਿੰਨੀਆਂ ਸ਼ਾਖਾਵਾਂ ਦਾ ਵਿਸ਼ੇਸ਼ ਯੋਗਦਾਨ ਹੈ? ਆਪਣੇ ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰੋ। ਵਿਗਿਆਨ ਲੜੀਵਾਰ, ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਸਹੀ ਜਵਾਬ ਦੇਣ ਵਾਲੇ ਸਰੋਤਿਆਂ ਦੇ ਨਾਮ ਅਸੀਂ ਆਪਣੀਆਂ ਆਉਂਦੀਆਂ ਕੜੀਆਂ 'ਚ ਪ੍ਰਸਾਰਿਤ ਕਰਾਂਗੇ। ਤਾਂ ਫੇਰ ਸਰੋਤਿਓ, ਸੁਣਨਾ ਨਾ ਭੁੱਲਣਾ ਵਿਗਿਆਨ ਪ੍ਰਸਾਰ ਤੇ ਆਲ ਇੰਡੀਆ ਰੇਡੀਓ ਦਾ ਨਵਾਂ ਉਪਰਾਲਾ ਆਉਣ ਵਾਲਾ ਕੱਲ, ਹਰ ਐਤਵਾਰ ਇਸੇ ਵਕਤ। ਮਿਲਦੇ ਆਂ ਅਗਲੇ ਐਤਵਾਰ ਇਸੇ ਵਕਤ। ਤਦ ਤੱਕ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕੱਲ ਦੀ ਪਹਿਲੀ ਕੜੀ। ਪੰਜਾਬੀ ਰੂਪਾਂਤਰ ਤੇ ਲੇਖਣ ਭਾਰਤ ਗਿਆਨ ਵਿਗਿਆਨ ਸਮਿਤੀ ਪੰਜਾਬ ਤੇ ਚੰਡੀਗੜ੍ਹ। ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਸੁਨੀਲ ਜੋਸ਼ੀ, ਦਲਜਿੰਦਰ ਸਿੰਘ, ਰਜਿੰਦਰ ਕੁਮਾਰ, ਅਵਿਨਾਸ਼ ਚੰਦਰ, ਗੁਰਵਿੰਦਰ ਸਿੰਘ, ਪ੍ਰਗਟ ਸਿੰਘ, ਅਵਰਿੰਦਰ ਕੌਰ ਤੇ ਅਰਜਨਾ ਪੱਲਾ। ਸਹਾਇਕ ਸਰਬਜੀਤ ਰਿਸ਼ੀ। ਪੇਸ਼ਕਸ਼ ਅਮਨਦੇਵ ਜੋਸ਼ੀ ਤੇ ਗੁਰਵਿੰਦਰ ਸਿੰਘ।